ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ, ਚੱਲ ਰਹੀ ਲੜੀਵਾਰ ਕਥਾ ਦੇ ਵਿੱਚ ਧੰਨ ਭਾਈ ਬਾਲਾ ਜੀ ਸਰਵਣ ਕਰਾ ਰਹੇ ਨੇ, ਜਿਨ੍ਹਾਂ ਨੇ ਪਿਛਲੇ ਪ੍ਰਸੰਗ ਵਿੱਚ ਸਰਵਣ ਕਰਾਇਆ ਸੀ ਕਿ ਰਾਏ ਬੁਲਾਰ ਜੀ ਦਾ ਮਿਲਾਪ ਕਿਵੇਂ ਹੋਇਆ, ਕਿਵੇਂ ਆ ਕੇ ਸਤਿਗੁਰੂ ਜੀ ਨੇ ਧੰਨ ਰਾਏ ਬੁਲਾਰ ਜੀ ਨੂੰ ਕਿਸ ਤਰ੍ਹਾਂ ਦਰਸ਼ਨ ਦਿੱਤੇ ਅਤੇ ਮਾਤਾ ਪਿਤਾ ਜੀ ਜੋ ਮਨ ਵਿੱਚ ਗੁੱਸਾ ਵੀ ਹੈ ਕਿ ਸਾਡੇ ਕੋਲ ਸਾਡਾ ਸਪੁੱਤਰ ਨਹੀਂ ਰਹਿੰਦਾ, ਅਤੇ ਆ ਜੋ ਫਕੀਰਾਂ ਵਾਲਾ ਭੇਸ ਧਾਰਨ ਕੀਤਾ ਹੈ, ਇਸ ਦੇ ਨਾਲ ਸਾਨੂੰ ਸ਼ਰੀਕਾਂ ਦੇ ਵਿੱਚ ਆਪਣਾ ਮੁੱਖ ਨੀਵਾਂ ਕਰਨਾ ਪੈਂਦਾ ਹੈ। ਲੋਕ ਤਾਨੇ ਮਾਰਦੇ ਨੇ, ਮਿਹਣੇ ਮਾਰਦੇ ਨੇ ਕਿ ਇਹਨਾਂ ਦਾ ਪੁੱਤਰ ਜੋ ਕੰਮਕਾਰ ਨਹੀਂ ਕਰ ਸਕਦਾ, ਇਸੇ ਕਰਕੇ ਫਕੀਰਾਂ ਵਾਲਾ ਭੇਸ ਇਸ ਨੇ ਧਾਰਨ ਕੀਤਾ ਹੈ। ਪਰ ਨਾਲ ਚਾਚਾ ਲਾਲੂ ਜੀ, ਮਾਤਾ ਤ੍ਰਿਪਤਾ ਜੀ ਅਤੇ ਮਹਿਤਾ ਕਲਿਆਣ ਦਾਸ ਜੀ, ਸੋ ਸਾਰੇ ਪਰਿਵਾਰ ਨੇ ਰਲ ਮਿਲ ਕੇ ਧੀਰਜ ਰੱਖੀ ਅਤੇ ਗੁਰੂ ਸਾਹਿਬ ਜੀ ਨੂੰ ਸਮਝਾਉਣ ਦਾ ਯਤਨ ਕੀਤਾ, ਅਤੇ ਨਾਲ ਇਹ ਫੈਸਲਾ ਲਿਆ ਕਿ ਰਾਏ ਬੁਲਾਰ ਜੀ ਕੋਲ ਲੈ ਚੱਲਦੇ ਹਾਂ। ਉਹ ਵੱਡੇ ਹਨ, ਸ਼ਾਇਦ ਉਹਨਾਂ ਦਾ ਕਹਿਣਾ ਮੰਨ ਕੇ ਘਰ ਰਹਿਣ ਲੱਗ ਪੈਣ। ਸੋ ਧੰਨ ਭਾਈ ਬਾਲਾ ਜੀ ਆਖਦੇ ਨੇ ਕਿ ਧੰਨ ਮਰਦਾਨਾ ਜੀ, ਮਹਿਤਾ ਕਲਿਆਣ ਦਾਸ ਜੀ, ਚਾਚਾ ਲਾਲ ਚੰਦ ਜੀ, ਮਾਤਾ ਤ੍ਰਿਪਤਾ ਜੀ, ਸਾਰੇ ਰਲ ਕੇ ਜਿਉਂ ਹੀ ਰਾਏ ਬੁਲਾਰ ਜੀ ਕੋਲ ਪਹੁੰਚੇ ਨੇ ਅਤੇ ਰਾਏ ਬੁਲਾਰ ਜੀ ਨੇ ਬੇਨਤੀਆਂ ਕੀਤੀਆਂ ਕਿ ਸਾਡੇ ਕੋਲ ਰਹੋ ਅਤੇ ਲੰਗਰ ਛਕੋ। ਬੜੇ ਪ੍ਰੇਮ ਨਾਲ ਲੰਗਰ ਛਕਾਇਆ ਅਤੇ ਗੁਰੂ ਪਾਤਸ਼ਾਹ ਜੀ ਤਲਵੰਡੀ ਵਿੱਚ ਹੁਣ ਰਹਿ ਕੇ ਕਿਸ ਤਰ੍ਹਾਂ ਜੋ ਪ੍ਰਸੰਗ ਆ ਰਿਹਾ ਹੈ, ਸਤਿਗੁਰੂ ਜੀ ਕੀ ਕੌਤਕ ਰਚਾਉਂਦੇ ਨੇ, ਕਿਵੇਂ ਸਿੱਖ ਸੰਗਤਾਂ ਨੂੰ ਉਤਾਰਦੇ ਨੇ, ਪਰਿਵਾਰ ਨੂੰ, ਰਾਏ ਬੁਲਾਰ ਜੀ ਨੂੰ ਕਿਸ ਤਰ੍ਹਾਂ ਨਿਹਾਲ ਕਰਦੇ ਨੇ, ਉਹ ਪ੍ਰਸੰਗ ਮੈਂ ਆਪ ਜੀ ਦੇ ਸਾਹਮਣੇ ਹੁਣ ਰੱਖਾਂਗਾ। ਅਤੇ ਗੁਰੂ ਸਾਹਿਬ ਜੀ ਦਾ ਦੀਵਾਨ ਸਜਿਆ ਹੋਇਆ ਹੈ। ਸਜੇ ਦੀਵਾਨਾਂ ਦੇ ਅੰਦਰ ਧੰਨ ਬਾਬਾ ਬੁੱਢਾ ਜੀ ਬਿਰਾਜਮਾਨ ਹਨ ਉੱਚੀ ਜਗ੍ਹਾ 'ਤੇ ਆਸਣ ਵਿਛਾ ਕੇ। ਇਸੇ ਤਰ੍ਹਾਂ ਧੰਨ ਗੁਰੂ ਅਮਰਦਾਸ ਮਹਾਰਾਜ ਜੀ, ਉਹ ਵੀ ਆਸਣ ਵਿਛਾਇਆ ਹੋਇਆ ਹੈ, ਉਸਦੇ ਉੱਪਰ ਬਿਰਾਜਮਾਨ ਹਨ। ਧੰਨ ਭਾਈ ਬਾਲਾ ਜੀ ਉਹ ਵੀ ਉੱਚੀ ਜਗ੍ਹਾ 'ਤੇ ਬਿਰਾਜਮਾਨ ਨੇ। ਗੁਰੂ ਪਾਤਸ਼ਾਹ ਜੀ ਦੇ ਸਿੱਖ, ਜਿਨ੍ਹਾਂ ਵਿੱਚ ਭਾਈ ਪਾਰੋ ਜੀ, ਭਾਈ ਧੰਗਾ ਜੀ, ਭਾਈ ਜੁਲਕਾ ਜੀ, ਭਾਈ ਜੀਵਾ ਜੀ, ਜੋ ਗੁਰੂ ਪਾਤਸ਼ਾਹੀ ਲੰਗਰ ਸਜਾਉਂਦੇ ਸਨ, ਸੋ ਵੀ ਹਾਜ਼ਰ ਬੈਠੇ ਨੇ। ਅਤੇ ਜੋ ਇਤਿਹਾਸ ਉਚਾਰਨ ਕਰਦੇ ਨੇ ਭਾਈ ਬਾਲਾ ਜੀ, ਉਹਨੂੰ ਲਿਖਣ ਦੇ ਲਈ ਸੁਲਤਾਨਪੁਰ ਨਿਵਾਸੀ ਭਾਈ ਪੈੜਾ ਮੋਖਾ ਜੀ ਸਾਰੀ ਸਮੱਗਰੀ ਲੈ ਕੇ ਹਾਜ਼ਰ ਬੈਠੇ ਨੇ, ਕਾਗਜ਼ ਕਲਮ ਦਵਾਤ ਲੈ ਕੇ, ਤਾਂ ਕਿ ਜੋ ਵੀ ਪ੍ਰਸੰਗ ਉਚਾਰਿਆ ਜਾਂਦਾ ਹੈ ਉਸ ਨੂੰ ਲਿਖਿਆ ਜਾਵੇ। ਸਾਹਮਣੇ ਸਿੱਖ ਸੰਗਤਾਂ ਹਾਜ਼ਰ ਹਨ, ਮਾਤਾਵਾਂ, ਭੈਣਾਂ, ਵੀਰ, ਬੱਚੇ, ਬਜ਼ੁਰਗ। ਦੀਵਾਨ ਸਜਿਆ ਹੋਇਆ ਹੈ, ਵਿਚਕਾਰੋਂ ਦੀ ਰਸਤਾ ਹੈ ਜੋ ਗੁਰੂ ਪਾਤਸ਼ਾਹ ਜੀ ਨੂੰ ਮੱਥਾ ਟੇਕ ਕੇ ਸਿੱਖ ਸੰਗਤਾਂ ਜਿਸ ਜਗ੍ਹਾ 'ਤੇ ਥਾਂ ਮਿਲਦੀ ਹੈ ਸਜਦੀਆਂ ਜਾਂਦੀਆਂ ਨੇ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਤਖ਼ਤ 'ਤੇ ਬਿਰਾਜਮਾਨ ਹਨ। ਭਾਈ ਬਾਲਾ ਜੀ ਨੇ ਹੱਥ ਬੰਨ੍ਹ ਕੇ ਇਜਾਜ਼ਤ ਮੰਗੀ, ਇਸ਼ਾਰਾ ਮਿਲਿਆ ਗੁਰੂ ਅੰਗਦ ਦੇਵ ਮਹਾਰਾਜ ਜੀ ਵੱਲੋਂ ਕਿ ਭਾਈ ਕਥਾ ਸ਼ੁਰੂ ਕਰੋ। ਤਾਂ ਉਸ ਸਮੇਂ ਬਾਲਾ ਜੀ ਕਹਿਣ ਲੱਗੇ, ਹੇ ਸਤਿਗੁਰੂ ਜੀ, ਗੁਰੂ ਜੀ ਪ੍ਰਸ਼ਾਦ ਛਕ ਕੇ ਰਾਏ ਦੇ ਪਾਸ ਜਾ ਬੈਠੇ ਸਨ ਤਾਂ ਮਾਤਾ ਤ੍ਰਿਪਤਾ ਜੀ ਪੁੱਤਰ ਸਨੇਹ ਵਿੱਚ ਆ ਪਹੁੰਚੀ ਅਤੇ ਰਾਏ ਜੀ ਨੂੰ ਕਹਿਣ ਲੱਗੀ ਕਿ ਰਾਏ ਜੀ, ਮੇਰੀ ਬੇਨਤੀ ਸੁਣੋ ਕਿ ਜੇ ਤੁਸੀਂ ਮੇਰੇ ਪੁੱਤਰ ਨੂੰ ਘਰੇ ਰੱਖੋ ਤਾਂ ਬੜਾ ਉਪਕਾਰ ਕਰੋਗੇ। ਰਾਏ ਜੀ ਨੇ ਕਿਹਾ, ਮੈਂ ਉਹਨਾਂ ਦੀ ਮਰਜ਼ੀ ਬਿਨਾਂ ਕੁਝ ਨਹੀਂ ਕਹਿ ਸਕਦਾ। ਇੰਨੇ ਨੂੰ ਮਹਿਤਾ ਕਲਿਆਣ ਦਾਸ ਜੀ ਅਤੇ ਚਾਚਾ ਲਾਲ ਚੰਦ ਜੀ ਆ ਗਏ ਅਤੇ ਉਹਨਾਂ ਨੂੰ ਵੀ ਦੁੱਖ ਹੋਇਆ। ਤਦ ਗੁਰੂ ਜੀ ਨੇ ਕਿਹਾ ਕਿ ਰਾਏ ਜੀ, ਜੋ ਕਹਿਣਾ ਚਾਹੁੰਦੇ ਹੋ ਕਹੋ। ਰਾਏ ਜੀ ਨੇ ਆਪਣੀ ਖੇਤੀ ਕਰਵਾਓ, ਕਾਮੇ ਮੈਂ ਰੱਖ ਦਿਆਂਗਾ। ਰਾਏ ਜੀ ਨੇ ਕਿਹਾ ਕਿ ਮਾਮਲਾ
ਕੁਝ ਨਹੀਂ ਲਵਾਂਗੇ ਅਤੇ ਘਰ ਵਿੱਚ ਰਹੋ ਅਤੇ ਮਾਤਾ ਪਿਤਾ ਨੂੰ ਵੀ ਸੁੱਖ ਦੇਵੋ। ਗੁਰੂ ਜੀ ਨੇ ਕਿਹਾ, ਰਾਏ ਜੀ ਅਸੀਂ ਖੇਤੀ ਨਿੱਤ ਹੀ ਕਰਦੇ ਹਾਂ। ਰਾਏ ਬੁਲਾਰ ਜੀ ਕਹਿਣ ਲੱਗੇ ਕਿ ਜਿਵੇਂ ਤੁਹਾਡਾ ਭੇਸ ਹੈ ਇਸ ਦੇ ਹਿਸਾਬ ਨਾਲ ਤਾਂ ਨਹੀਂ ਕਿਹਾ ਜਾ ਸਕਦਾ ਕਿ ਤੁਸੀਂ ਰੋਜ਼ ਖੇਤੀ ਕਰਦੇ ਹੋ, ਪਰ ਫਿਰ ਵੀ ਸਾਨੂੰ ਸਮਝਾਓ ਕਿ ਆਪ ਜੀ ਕਿਹੜੀ ਖੇਤੀ ਕਰਦੇ ਹੋ। ਤਾਂ ਉਸ ਸਮੇਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬੜੇ ਪ੍ਰੇਮ ਵਿੱਚ ਆ ਕੇ ਕਿਹਾ, ਮਨਹਾਲੀ ਕਿਰਸਾਣੀ ਕਰਨੀ, ਸ਼ਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ, ਪੌਰ ਕਰਮ ਕਰ ਜਮ ਸੀ, ਸੇ ਕਰ ਪਾਗਠ ਦੇਖ, ਬਾਬਾ ਮਾਇਆ ਸਾਥ ਨ ਹੋਏ, ਇਨ ਮਾਇਆ ਜਗ ਮੋਹਿਆ, ਬਿਰਲਾ ਬੁਝੈ ਕੋਇ ਰਹਾਉ। ਅਤੇ ਇਸ ਤਰ੍ਹਾਂ ਜਦੋਂ ਬਾਣੀ ਉਚਾਰੀ, ਰਾਏ ਬੁਲਾਰ ਜੀ ਨੇ ਆਖਿਆ ਕਿ ਸੱਚੇ ਪਾਤਸ਼ਾਹ ਜੀ ਸਾਡੇ ਕੋਈ ਸਮਝ ਨਹੀਂ ਆ ਰਹੀ, ਆਪ ਜੀ ਕੀ ਉਚਾਰਨ ਕੀਤਾ ਹੈ, ਕਿਰਪਾ ਕਰੇ ਸਾਨੂੰ ਦੱਸੋ ਕਿ ਕਿਸ ਤਰ੍ਹਾਂ ਆਪ ਜੀ ਖੇਤੀ ਕਰਦੇ ਹੋ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਖਿਆ ਕਿ ਭਾਈ ਅਸੀਂ ਤਨ ਅੰਦਰ ਹੀ ਖੇਤੀ ਕਰਦੇ ਹਾਂ, ਅਰਥਾਤ ਮਨ ਸਾਡਾ ਹਾੜੀ ਹੈ, ਸ਼ੁਭ ਕਰਮ ਕਿਰਸਾਨ ਹੈ ਅਤੇ ਸ਼ਰਮ ਪਾਣੀ ਹੈ, ਤਨ ਖੇਤ ਹੈ ਅਤੇ ਨਾਮ ਬੀਜ ਨੂੰ ਸੰਤੋਖ ਸੁਹਾਗਾ ਹੈ। ਬੀਜਦੇ ਹਾਂ ਅਤੇ ਸੰਤੋਖ ਦਾ ਸੁਹਾਗਾ ਮਾਰਦੇ ਹਾਂ ਅਤੇ ਗਰੀਬੀ ਵੇਸ ਰੱਖਿਆ ਹੋਇਆ ਹੈ, ਪ੍ਰੇਮ ਕਰਨ ਰੂਪ ਜੰਮਣਾ ਹੈ। ਇਹ ਬਾਬਾ ਜੀ ਮਾਇਆ ਨੇ ਜਗਤ ਮੋਹਿਆ ਹੋਇਆ ਹੈ, ਪਰ ਕੋਈ ਵਿਰਲਾ ਹੀ ਜਾਣਦਾ ਹੈ। ਤਾਂ ਚਾਚਾ ਲਾਲ ਚੰਦ ਜੀ ਨੇ ਕਿਹਾ, ਜੇ ਵਾਹੀ ਨਹੀਂ ਕਰਨੀ ਤਾਂ ਹੱਟੀ ਹੀ ਕਰੋ। ਤਦ ਗੁਰੂ ਜੀ ਨੇ ਉਚਾਰਿਆ, ਹਾਣ ਹੱਟ ਕਰ ਆਰਜਾ, ਸੱਚ ਨਾਮ ਕਰ ਵਥ, ਸੁਰਤ ਸੋਚ ਕਰ ਭਾਂਡਸਾਲ, ਤਿਸ ਵਿੱਚ ਤਿਸਨੋ ਰੱਖ, ਬਣ ਜਾ ਰਿਹਾ ਸਿਉ ਬਣਜ ਕਰ, ਲੈ ਲਾਹਾ ਮਨ ਹੱਸ। ਜਦੋਂ ਇਸ ਤਰ੍ਹਾਂ ਉਚਾਰਨ ਕੀਤਾ, ਰਾਏ ਬੁਲਾਰ ਜੀ ਨੇ ਆਖਿਆ, ਚਾਚਾ ਲਾਲ ਚੰਦ ਜੀ ਨੇ ਕਿਹਾ ਕਿ ਪੁੱਤਰ ਨਾਨਕ ਜੀ ਸਾਨੂੰ ਸਮਝਾਓ ਇਹ ਬਚਨ ਕੀ ਨੇ, ਅਸੀਂ ਕਲਯੁਗੀ ਜੀਵ ਹਾਂ, ਸਾਨੂੰ ਇਹ ਤੁਹਾਡੀਆਂ ਰਮਜਾਂ ਦਾ ਪਤਾ ਨਹੀਂ ਲੱਗਦਾ। ਤਾਂ ਉਸ ਸਮੇਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਖਿਆ ਕਿ ਭਾਈ ਸੱਚੇ ਨਾਮ ਦਾ ਵਪਾਰ ਸੱਚੇ ਵਣਜਾਰਿਆਂ ਦੇ ਨਾਲ ਕਰੀਏ ਤਾਂ ਲਾਹਾ ਹੁੰਦਾ ਹੈ। ਤਾਂ ਚਾਚਾ ਲਾਲ ਚੰਦ ਜੀ ਨੇ ਰਾਏ ਪਾਸੋਂ ਅਖਵਾਇਆ ਕਿ ਜੇ ਤੁਹਾਡਾ ਮਨ ਫਿਰਨ ਨੂੰ ਹੀ ਲੋਚਦਾ ਹੈ ਤਾਂ ਘੋੜਿਆਂ ਦੀ ਸੁਦਾਗਰੀ ਕਰੋ, ਜਿਸ 'ਤੇ ਮਾਤਾ ਪਾਸ ਆਉਂਦੇ ਜਾਂਦੇ ਰਹੋਗੇ। ਅਤੇ ਗੁਰੂ ਜੀ ਨੇ ਹੋਰ ਉਚਾਰਨ ਕੀਤਾ, ਸੁਣ ਸਾਸਤ ਸੌਦਾਗਰੀ, ਸਤ ਘੋੜੇ ਲੈ ਚੱਲ, ਖਰਚ ਬੰਨ ਚੰਗਿਆਈਆਂ, ਮਤ ਮਨ ਜਾਣੈ ਕੱਲ, ਨਿਰੰਕਾਰ ਕੈ ਦੇਸ ਜਾਏ, ਤਾਂ ਸੁਖ ਲਹੈ ਮਹੱਲ। ਅਤੇ ਆਖਣਾ ਕੀਤਾ ਕਿ ਚਾਚਾ ਜੀ ਅਸੀਂ ਇਸ ਤਰ੍ਹਾਂ ਸੌਦਾਗਰੀ ਹਮੇਸ਼ਾ ਕਰਦੇ ਰਹਿੰਦੇ ਹਾਂ। ਤਾਂ ਚਾਚਾ ਲਾਲ ਚੰਦ ਜੀ ਨੇ ਕਿਹਾ ਕਿ ਪੁੱਤਰ ਨਾਨਕ ਸਾਡੀ ਸਮਝ ਵਿੱਚ ਨਹੀਂ ਆ ਰਿਹਾ, ਆਪ ਜੀ ਕਿਰਪਾ ਕਰਕੇ ਦੱਸੋ ਕਿ ਕਿਸ ਤਰ੍ਹਾਂ ਆਪ ਜੀ ਸੌਦਾਗਰੀ ਕਰਦੇ ਹੋ। ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਖਿਆ ਕਿ ਚਾਚਾ ਜੀ ਸੱਤ ਦਾ ਪ੍ਰਚਾਰ ਕਰਨਾ, ਸੌਦਾਗਰੀ ਕਰਨੀ ਚਾਹੀਏ।
ਜਿਸ 'ਤੇ ਨਿਰੰਕਾਰ ਦੇ ਦੇਸ਼ ਵਿੱਚ ਸੁੱਖ ਪ੍ਰਾਪਤ ਹੁੰਦਾ ਹੈ। ਮਹਿਤਾ ਕਲਿਆਣ ਦਾਸ ਜੀ ਨੇ ਕਿਹਾ ਕਿ ਨੌਕਰੀ ਹੀ ਕਰ ਲਿਓ, ਨੌਕਰੀ ਕਰੋਗੇ ਤਾਂ ਸਾਨੂੰ ਸੁੱਖ ਮਿਲੇਗਾ। ਫਕੀਰੀ ਭੇਖ ਤਾਂ ਹਟ ਜਾਵੇ ਅਤੇ ਲੋਕਾਂ ਵਿੱਚ ਉਪਮਾ ਹੋਵੇ। ਗੁਰੂ ਜੀ ਨੇ ਉਚਾਰਿਆ, ਲਾਏ ਚਿੱਤ ਕਰ ਚਾਕਰੀ, ਮਨ ਨਾਮ ਕਰ ਕੰਮ, ਬਨ ਬਦੀਆਂ ਕਰ ਧਾਵਣੀ, ਤਾਕੋ ਆਖੈ ਧੰਨ, ਨਾਨਕ ਵੇਖੈ ਨਦਰ ਕਰ, ਚੜ੍ਹੈ ਚਵਗਨ ਵੰਨ। ਸੋ ਇਸ ਤਰ੍ਹਾਂ ਜਦੋਂ ਉਚਾਰਨ ਕੀਤਾ ਤਾਂ ਪਿਤਾ ਜੀ ਨੇ ਆਖਿਆ ਕਿ ਨਾਨਕ, ਸਾਨੂੰ ਕੁਝ ਸਮਝ ਨਹੀਂ ਆ ਰਿਹਾ, ਤੂੰ ਕੀ ਉਪਦੇਸ਼ ਕਰ ਰਿਹਾ ਹੈ। ਇਹ ਬਚਨਾਂ ਨੂੰ ਸਾਨੂੰ ਸਮਝਾਉਣਾ ਕਰ ਵਿਸਥਾਰ ਸਹਿਤ, ਤਾਂ ਕਿ ਸਾਨੂੰ ਪਤਾ ਲੱਗ ਸਕੇ ਕਿ ਤੂੰ ਕਹਿਣਾ ਕੀ ਚਾਹੁੰਦਾ ਹੈ। ਤਾਂ ਉਸ ਸਮੇਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਖਿਆ ਕਿ ਪਿਤਾ ਜੀ, ਪਰਮੇਸ਼ਰ ਦੇ ਮੰਨਣ ਰੂਪ ਹੀ ਚਾਕਰੀ ਹੈ ਅਤੇ ਬਦੀਆਂ ਤੋਂ ਹਟਿਆਂ ਹੀ ਲੋਕੀ ਵਡਿਆਈ ਕਰਨਗੇ। ਇਹ ਸੁਣ ਸਭ ਚੁੱਪ ਕਰ ਗਏ, ਪਰੰਤੂ ਰਾਏ ਨੇ ਕਿਹਾ ਕਿ ਮੇਰੇ ਪਾਸੋਂ ਜਿਸ ਪ੍ਰਕਾਰ ਦੀ ਇੱਛਾ ਹੋਵੇ ਲਵੋ, ਪਰ ਇੱਥੇ ਜ਼ਰੂਰ ਰਹੋ। ਗੁਰੂ ਜੀ ਨੇ ਕਿਹਾ ਕਿ ਜਿਨ੍ਹਾਂ ਦਸੋਂ ਦਿਸ਼ਾ ਜਿੱਤੀਆਂ ਹਾਥੀ ਘੋੜਿਆਂ ਦੀਆਂ ਸੈਨਾ, ਪਰ ਧਨ ਪਦਾਰਥ 'ਤੇ ਬੜੇ ਸਮਾਨ ਸਨ, ਉਹ ਵੀ ਓੜਕ ਨੂੰ ਨੰਗੇ ਪੈਰੀਂ ਚਲੇ ਗਏ। ਐਸੇ ਝੂਠੇ ਪਦਾਰਥਾਂ ਵਿੱਚ ਨਹੀਂ ਪਰਚਦੇ ਜੋ ਕਿ ਦੁਖਦਾਈ ਹਨ। ਰਾਏ ਬਲਾਰ ਜੀ ਨੇ ਕਿਹਾ ਕਿ ਤਿੰਨਾਂ ਖੂਹਾਂ ਦੀ ਜ਼ਮੀਨ ਲੈ ਲਓ, ਲੰਗਰ ਚਲਾ ਕੇ ਫਕੀਰਾਂ ਨੂੰ ਖਵਾਓ ਛਕਾਓ। ਗੁਰੂ ਜੀ ਕਿਹਾ ਕਿ ਉਸ ਕਰਤਾਰ ਦੀ ਅਖੰਡ ਦੇਗ ਚੱਲ ਰਹੀ ਹੈ, ਜਿਸ ਦਾ ਆਦਿ ਅੰਤ ਕੋਈ ਨਹੀਂ ਪਾ ਸਕਦਾ। ਕਿਸੇ ਨੇ ਕਿਸੇ ਨੂੰ ਕੀ ਖਵਾਉਣਾ ਹੈ। ਇਹ ਸੁਣ ਰਾਏ ਨੇ ਕਿਹਾ, ਮਹਿਤਾ ਕਲਿਆਣ ਦਾਸ ਜੀ, ਇਹ ਕਿਸੇ ਦੇ ਸਮਝਾਉਣ ਦੇ ਨਹੀਂ ਹਨ, ਤਾਂ ਜਗਤ ਉਦਾਹਰਨ ਹਿਤ ਆਏ ਹਨ। ਸੋ ਦੇਸ ਪ੍ਰਦੇਸ ਪਹੁੰਚ ਕੇ ਇਹ ਸਤਿਨਾਮ ਦਾ ਪ੍ਰਚਾਰ ਕਰਨਗੇ। ਗੁਰੂ ਜੀ ਰਾਤ ਰਾਏ ਦੇ ਰਹਿ ਕੇ ਸਵੇਰੇ ਜੰਗਲ ਵਿੱਚ ਜਾ ਕੇ ਸਾਰਾ ਦਿਨ ਬਿਤਾ ਰਾਤ ਨੂੰ ਆਪਣੇ ਘਰ ਆ ਗਏ। ਮਾਤਾ ਜੀ ਬੜੀ ਪ੍ਰਸੰਨ ਹੋਈ ਅਤੇ ਪ੍ਰੇਮ ਨਾਲ ਮੁਹੱਬਤ ਨਾਲ ਕਹਿਣ ਲੱਗੀ ਕਿ ਹੇ ਸਪੁੱਤਰ ਜੀ, ਜੋ ਜੀ ਆਵੇ ਛਕੋ, ਜੋ ਜੀ ਆਵੇ ਹੰਢਾਓ, ਕੰਮ ਕਰੋ ਨਾ ਕਰੋ, ਪਰ ਮੇਰੀ ਅੱਖਾਂ ਦੇ ਸਾਹਮਣੇ ਰਹਿ ਕੇ ਮੇਰੇ ਕਾਲਜੇ ਨੂੰ ਠੰਡ ਪਾਉਂਦੇ ਰਹੋ। ਮਹਿਤਾ ਕਲਿਆਣ ਦਾਸ ਜੀ ਨੇ ਕਿਹਾ, ਜੋ ਤੁਹਾਡੀ ਮਰਜ਼ੀ ਹੈ ਕਰੋ, ਪਰ ਇਹ ਫਕੀਰੀ ਭੇਸ ਨੂੰ ਉਤਾਰ ਦਿਓ। ਇਸ ਨਾਲ ਸਾਡੀ ਇੱਜ਼ਤ ਪੱਤ ਪ੍ਰਤਿਸ਼ਠਤਾ ਘਟਦੀ ਹੈ, ਸ਼ਰੀਕ ਮਿਹਣੇ ਮਾਰਦੇ ਹਨ। ਗੁਰੂ ਜੀ ਚੁੱਪ ਕਰ ਗਏ। ਉਪਰੰਤ ਰਾਤ ਨੂੰ ਮਾਤਾ ਜੀ ਨੇ ਬੜੇ ਪ੍ਰੇਮ ਨਾਲ ਭੋਜਨ ਛਕਾਇਆ ਅਤੇ ਰਾਤ ਉੱਥੇ ਹੀ ਰੱਖਿਆ। ਸਵੇਰੇ ਗੁਰੂ ਜੀ ਫਿਰ ਉਜਾੜ ਵਿੱਚ ਚਲੇ ਗਏ ਅਤੇ ਰਾਤ ਨੂੰ ਘਰ ਆ ਗਏ। ਕਦੇ ਰਾਏ ਦੇ ਘਰ ਚਲੇ ਜਾਣ, ਕਦੇ ਆਪਣੇ ਘਰ ਆ ਜਾਣ। ਕੁਝ ਕੁ ਦਿਨ ਇਸ ਪ੍ਰਕਾਰ ਹੀ ਕਰਦੇ ਰਹੇ। ਰਾਏ ਨੇ ਇੱਕ ਦਿਨ ਬੇਨਤੀ ਕੀਤੀ, ਮਹਾਰਾਜ, ਮੈਂ ਬਹੁਤ ਬਿਰਧ ਹੋ ਗਿਆ ਹਾਂ ਅਤੇ ਹੁਣ ਅੰਤਮ ਸਮਾਂ ਨੇੜੇ ਹੈ, ਸੋ ਆਪ ਕਿਰਪਾ ਕਰਕੇ ਗਿਆਨ ਬਖਸ਼ੋ ਤਾਂ ਕਿ ਜਨਮ ਮਰਨ ਬੰਧਨਾਂ ਤੋਂ ਛੁੱਟ ਜਾਵਾਂ। ਸੋ ਇਸ ਤਰ੍ਹਾਂ ਭਾਈ ਬਾਲਾ ਜੀ ਸਮਝਾ ਰਹੇ ਨੇ ਕਿ ਸੱਚੇ ਪਾਤਸ਼ਾਹ ਜੀ ਰਾਏ ਬਲਾਰ ਨੂੰ ਹੁਣ ਅੰਤਮ ਉਪਦੇਸ਼ ਦੇਣਗੇ ਅਤੇ ਸੰਦੇਸ਼ ਉਹ ਕੀ ਹੋਵੇਗਾ, ਉਪਦੇਸ਼ ਕੀ ਹੋਵੇਗਾ, ਉਹ ਪ੍ਰਸੰਗ ਮੈਂ ਆਪ ਜੀ ਨੂੰ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰਾਵਾਂਗਾ।
ਸੋ ਆਪ ਅਤੇ ਸਾਰੇ ਰਲ ਮਿਲ ਕੇ ਆਪਾਂ ਇਸੇ ਤਰ੍ਹਾਂ ਗੁਰੂ ਜੀ ਦੇ ਗੁਣਾਂ ਨੂੰ ਗਾਉਂਦੇ ਰਹੀਏ। ਭਾਈ ਬਾਲਾ ਜੀ ਨੇ ਮੁਆਫੀ ਮੰਗੀ, ਆਖਿਆ ਕਿ ਭੁੱਲਾਂ ਚੁੱਕਾਂ ਦੀ ਹੁਣ ਗੁਰੂ ਜੀ ਖਿਮਾ ਕਰੋ। ਕੱਲ੍ਹ ਨੂੰ ਮੈਂ ਅਗਲੀ ਜਨਮ ਕਥਾ ਸਰਵਣ ਕਰਾਵਾਂਗਾ ਅਤੇ ਨਾਲ ਆਪਾਂ ਵੀ ਖਿਮਾ ਮੰਗਦੇ ਹਾਂ ਕਿ ਸਤਿਗੁਰੂ ਮਹਾਰਾਜ ਜੀ ਰਹਿਮਤਾਂ ਕਰਨ ਕਿ ਸੁਣੇ ਹੋਏ ਵਿਚਾਰਾਂ ਵਿੱਚੋਂ ਕੋਈ ਵਿਚਾਰ ਸਾਡੇ ਹਿਰਦੇ ਵਿੱਚ ਵਸੇ, ਤਾਂ ਕਿ ਪਰ ਸਾਡਾ ਲੋਕ ਸੁਖੀਏ ਪਰਲੋਕ ਸੁਹੇਲਾ ਹੋ ਸਕੇ। ਬਣੇ ਰਹੋ ਚੈਨਲ ਦੇ ਨਾਲ ਤਾਂ ਕਿ ਚੱਲ ਰਹੀ ਜਨਮ ਕਥਾ ਲੜੀਵਾਰ ਆਪਾਂ ਸਰਵਣ ਕਰਦੇ ਰਹੀਏ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।